सत श्री अकाल, मैं हां जसवीर ते चक दे टीवी दे प्रोग्राम पख दियां खबरां च तुहाडा स्वागत है। खबरां बहुत सारियां ने जिहड़ियां वख-वख अखबारां दियां सुर्खियां बणियां होईयां ने या फिर न्यूज़ चैनल्स दे उत्ते ब्रेकिंग वांग इस वेले तुहाडे सामने आ रहीआं ने, पर उन्हां खबरां दे पिछे असल खबर की है, हकीकत की है, ਉਹਦੇ तक ਤੁਹਾਨੂੰ ਲਿਜਾਣ ਲਈ ਅਸੀਂ प्रोग्राम पख ਦੀਆਂ खबरां खबर ਦੇ आर-पार जाण ਦੀ पूरी कोशिश करांगे और इस कोशिश ਦੇ ਵਿੱਚ ਮੇਰੇ ਨਾਲ ਹੋਣਗੇ ਦੇਸਰਾਜ ਕਾਲੀ जी ਤੁਹਾਡਾ ਸਵਾਗਤ प्रोग्राम ਦੇ ਵਿੱਚ ਇੱਕ ਵਾਰ ਫਿਰ ਤੋਂ। और शुरुआत ਜਿਹੜੀ ਕਰਨੀ ਆ ਉਸ ਖਬਰ ਤੋਂ ਕਰਨੀ ਹੈ ਜਿਸ ਖਬਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੁਧਿਆਣੇ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ और उस अग के कारण उस फैक्ट्री की बिल्डिंग नहीं आस-पास दी दो बिल्डिंग्स भी जड़ियां वो हेठां डिग पईयां, जिहदे विच हुण तक जिहड़ी आ बचाव कार्य चलते पे ने। NDRF की टीम भी लगी हुई ने, पर हुण तक ये कहा जा रहा है कि लगभग 14 लाशां जिहड़ियां उस मलबे के हेठों कढ़ियां जा चुकियां ने और अजे भी 10 के करीब लोग उस मलबे के हेठां दबे होने की आशंका जिहड़ी आ वो जताई जा रही है। फिलहाल इस घटना के वापरण के कारण या ਇਹਦੇ ਤੋਂ ਬਾਅਦ ਕਿੱਦਾਂ ਦੀ ਕੋਈ ਕਾਰਵਾਈ ਹੋਏਗੀ ਉਸ ਫੈਕਟਰੀ ਦੇ ਉੱਤੇ ਜਾਂ ਇਸ ਖਬਰ ਦੇ ਪਿੱਛੇ ਕਿਹੜੀ ਖਬਰ ਛੁਪੀ ਹੋਈ ਹੈ, ਇਹਦੇ ਬਾਰੇ ਜਾਣਨ ਲਈ ਅਸੀਂ ਦੇਸਰਾਜ ਕਾਲੀ ਜੀ ਚਾਹੁੰਦੇ ਹਾਂ ਕਿ ਤੁਸੀਂ ਇਸ ਖਬਰ ਦੇ ਝਾਤ ਪਾਓ। हाँ, बड़ी दुखदायक खबर है ये और जिस तरीके दी इस तरीके मतलब लोगों का उत्थे दब के ਜਾਂ ਈਵਨ ਇੱਕ ਵਿਅਕਤੀ ਸੜ ਗਿਆ ਅੱਗ ਦੀਆਂ ਲਪਟਾਂ ਦੇ ਵਿੱਚ ਸੜ ਗਏ ਜਾਂ ਕੁਝ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਕਰਮਚਾਰੀ ਜਿਹੜੇ ਨੇ ਜੀ 8 ਦੇ ਕਰੀਬ ਉਹਨਾਂ ਦੀ ਮੌਤ ਹੋਈ ਹੈ ਇਸ ਸਾਰੇ ਹਾਦਸੇ ਦੇ ਵਿੱਚ। ਇਨ ਬਰੀਫ ਚ ਹਾਦਸਾ ਸ਼ਾਰਟ ਸਰਕਟ ਦੇ ਨਾਲ ਦੱਸਿਆ ਜਾਂਦਾ ਹੈ, ਬਟ ਉਹ ਹੈ ਇਹ ਸੀ ਕਿ ਉੱਥੇ ਉਹ ਜੋ ਫਲੈਕਸ ਬੋਰਡ ਜਾਂ ਹੋਰ ਇਸ ਤਰੀਕੇ ਦਾ ਉਹ ਪੰਜ ਮੰਜ਼ਿਲਾ ਬਿਲਡਿੰਗ ਸੀ ਉਹ ਜੀ ਔਰ ਮਸ਼ੀਨ ਖਰਾਬ ਹੋ ਗਈ। ਜਿਹੜੇ ਵਰਕਰ ਸੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਤੇ ਸ਼ਾਰਟ ਸਰਕਟ ਹੋਣ ਕਰਕੇ ਉਹ ਅੱਗ ਲੱਗੀ ਦਾ ਜ਼ਿਕਰ ਜਿਹੜਾ ਹੈ ਖਬਰਾਂ ਦੇ ਵਿੱਚ ਆ ਰਿਹਾ ਹੈ, ਜਿਹਦੇ ਵਿੱਚ ਜਿਸ ਤਰੀਕੇ ਦਾ ਤੁਸੀਂ ਤਾਜ਼ਾ ਜੋ ਖਬਰ ਹੈ ਉਹਦੇ ਮੁਤਾਬਕ 14 ਦੇ ਕਰੀਬ ਲਾਸ਼ਾਂ ਕੱਢ ਰਹੀਆਂ ਗਈਆਂ ਨੇ ਔਰ 10 ਮਰਨ ਦੇ ਵਧਣ ਦੀ ਵੀ ਸੰਭਾਵਨਾ ਔਰ 10 ਦੇ ਕਰੀਬ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਜੇ ਦੱਬੇ ਹੋਏ ਨੇ ਉਹਦੇ ਵਿੱਚ। ਇਸ ਖਬਰ ਦੀਆਂ ਨਾ 2-3 ਤਹਿਆਂ ਨੇ ਜੀ। ਪਹਿਲੀ ਗੱਲ ਤਾਂ ਉਹ ਬਿਲਡਿੰਗ 2 ਮੰਜ਼ਿਲਾ ਬਿਲਡਿੰਗ ਸੀ ਜਿਹਦਾ ਰਿਕਾਰਡ ਉੱਥੇ ਕਾਰਪੋਰੇਸ਼ਨ ਕੋਲ ਹੈ ਜੀ। ਉਹ ਬਿਲਡਿੰਗ 5 ਮੰਜ਼ਿਲਾ ਕਿੱਦਾਂ ਬਣ ਗਈ ਉਹਦਾ ਰਿਕਾਰਡ ਕੋਈ ਨਹੀਂ, ਬਿਨਾਂ ਇਜਾਜ਼ਤ ਤੋਂ ਉਹਦਾ ਕੋਈ ਰਿਕਾਰਡ ਨਹੀਂ। ਇਹਦਾ ਮਤਲਬ ਸਾਡੇ ਸਮਾਜ ਦੇ ਲੋਕ ਜਿਹੜੇ ਅਸੀਂ ਆਪਣੇ ਕਾਰੋਬਾਰੀ ਲੋਕ ਆ, ਅਸੀਂ ਪਹਿਲੇ ਤਾਂ ਅਸੀਂ ਕਰਪਟ ਆ ਜੀ। ਅਸੀਂ ਮਹਿਕਮਿਆਂ ਨੂੰ ਕਰਪਟ ਕਰਦੇ ਹਾਂ ਪਹਿਲਾਂ ਅਸੀਂ, ਫਿਰ ਮਹਿਕਮੇ ਜਿਹਦੇ ਨਾਲ ਇਸ ਤਰੀਕੇ ਦੀਆਂ ਨਜਾਇਜ਼ ਉਸਾਰੀਆਂ ਹੁੰਦੀਆਂ ਨੇ ਜੀ। ਉਹ ਜਿਹਦੇ ਐਡੇ ਵੱਡੇ ਹਾਦਸੇ ਹੋ ਜਾਂਦੇ ਨੇ ਕਿ ਉਹ ਬਿਲਡਿੰਗ ਢਈ ਹੈ ਤੇ ਨਾਲ 2 ਹੋਰ ਇਮਾਰਤਾਂ ਨੂੰ 2 ਹੋਰ ਫੈਕਟਰੀਆਂ ਨੂੰ ਉਹਨੇ ਢਾਇਆ ਹੈ। ਕੁੱਲ 3 ਸਵਾਲ ਇੱਥੇ ਮੈਨੂੰ ਲੱਗਦਾ ਕਿ ਨਗਰ ਨਿਗਮ ਦੇ ਉੱਤੇ ਉੱਠਦਾ ਹੈ, ਜਿਹੜਾ ਕਿਸੇ ਆਮ ਬੰਦੇ ਦਾ ਥੋੜਾ ਜਿਹਾ ਘਰ ਦਾ ਵਾਧਰਾ ਵੀ ਬਾਹਰ ਨੂੰ ਨਿਕਲ ਜਾਂਦਾ ਹੈ ਉਹਨੂੰ ਢਾਉਣ ਤੁਰ ਪੈਂਦਾ ਆ ਜਾਂਦਾ ਹੈ, ਕ੍ਰੇਨ ਲੈ ਕੇ ਆ ਜਾਂਦੇ ਆ, ਡਿੱਜ ਮਸ਼ੀਨਾਂ ਨਾਲ ਢਾ ਦਿੰਦੇ ਆ ਤੇ ਇਹ 2 ਮੰਜ਼ਿਲਾ ਹੋਰ ਬਣਾ ਲਈਆਂ ਉਹਨੇ। 2 ਤੋਂ 5 ਮੰਜ਼ਿਲਾ ਕਿਵੇਂ ਬਣੀ ਇਹਦਾ ਰਿਕਾਰਡ ਹੁਣ ਤੱਕ ਦੀ ਨਿਊਜ਼ ਦੇ ਮੁਤਾਬਕ ਕਾਰਪੋਰੇਸ਼ਨ ਕੋਲ ਨਹੀਂ ਹੈ, ਨਗਰ ਨਿਗਮ ਕੋਲ ਲੁਧਿਆਣੇ ਕੋਲ ਨਹੀਂ ਹੈ। ਸੋ ਇੱਕ ਤਾਂ ਇਹਦਾ ਇਹ ਐਂਗਲ ਹੈ। ਸੈਕੰਡ ਐਂਗਲ ਹੈ ਸਾਡੇ ਸਰਕਾਰ ਦੀਆਂ ਹੋਰ ਨਲਾਇਕੀਆਂ, ਸਾਡੇ ਪ੍ਰਸ਼ਾਸਨ ਦੀਆਂ ਹੋਰ ਨਲਾਇਕੀਆਂ ਕਿ ਐਡਾ ਵੱਡਾ ਸ਼ਹਿਰ ਹੈ ਜੀ, ਐਡਾ ਇੰਡਸਟਰੀ ਤਕੜੀ ਹੈ ਜੀ, ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਕਾਮੇ ਜਿਹੜੇ ਉਹਦੇ ਕਰਮਚਾਰੀਆਂ ਦੀ ਡੈਥ ਹੋਈ ਹੈ ਜੀ, ਉਹਨਾਂ ਦੇ ਕੋਲ ਉਹ ਇਕਵਿਪਮੈਂਟਸ ਹੀ ਹੈ ਨਹੀਂ ਜੀ। ਉਹ ਗਿੱਲੀਆਂ ਕਰਕੇ ਬੋਰੀਆਂ ਬੰਨ ਕੇ ਤੇ ਉਹ ਜਾ ਰਹੇ ਨੇ। ਯਾਨੀ ਤੁਹਾਡੇ ਕੋਲ ਐਡੀ ਸੰਘਣੀ ਆਬਾਦੀ ਵਾਲੇ ਇੰਨੇ ਸੰਘਣੇ ਇੰਡਸਟਰੀਅਲ ਏਰੀਏ ਜਿੱਥੇ ਸੰਭਾਵਨਾਵਾਂ ਰਹਿੰਦੀਆਂ ਹੀ ਰਹਿੰਦੀਆਂ ਨੇ ਇਸ ਤਰੀਕੇ ਦੇ ਐਕਸੀਡੈਂਟਸ ਹੋਣ ਦੀਆਂ, ਅੱਗਾਂ ਲੱਗਣ ਦੀਆਂ, ਬਿਲਡਿੰਗ ਡਿੱਗਣ ਦੀਆਂ ਜਾਂ ਜੋ ਵੀ ਤੁਹਾਡੇ ਕੋਲ ਸੰਭਾਵਨਾਵਾਂ ਨੇ ਉੱਥੇ ਤੁਹਾਡੇ ਕੋਲ ਉੱਥੇ ਬਹੁਤ ਘਾਟ ਪਾਈ ਗਈ ਫਾਇਰ ਬ੍ਰਿਗੇਡ ਦੇ ਇਕਵਿਪਮੈਂਟਸ ਨੂੰ ਲੈ ਕੇ, ਉਹਨਾਂ ਦੀ ਅਪਡੇਸ਼ਨ ਨੂੰ ਲੈ ਕੇ ਉਹ ਅਪਡੇਟ ਨਹੀਂ ਹੈ। ਸੋ ਜਿਨ੍ਹਾਂ ਕਰਕੇ ਉਹਨਾਂ ਕਰਮਚਾਰੀਆਂ ਨੂੰ
ਆਪਣੀ ਮਤਲਬ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਜੀ। ਇਹ ਇੱਕ ਬਹੁਤ ਅਹਿਮ ਗੱਲ ਹੈ ਕਿ ਸਾਡੇ ਕੋਲ ਫਾਇਰ ਬ੍ਰਿਗੇਡ ਦੀ ਅਪਡੇਟ ਹੀ ਨਹੀਂ ਹੈ। ਅਸੀਂ ਤੁਸੀਂ ਕਿਸੇ ਸ਼ਹਿਰ ਦਾ ਲੈ ਲਓ, ਇਹ ਵੱਡੇ ਵੱਡੇ ਸ਼ਹਿਰਾਂ ਦਾ, ਜਲੰਧਰ ਸ਼ਹਿਰ ਦਾ ਲੈ ਲਓ, ਤੁਸੀਂ ਅੰਮ੍ਰਿਤਸਰ ਸ਼ਹਿਰ ਦਾ ਲੈ ਲਓ, ਤੁਸੀਂ ਪਟਿਆਲੇ ਦਾ ਲੈ ਲਓ, ਸਟਾਫ ਪੂਰਾ ਨਹੀਂ ਹੈ ਔਰ ਠੀਕ ਨਹੀਂ ਹੁੰਦੀਆਂ ਬਿਲਕੁਲ। ਔਰ ਸਾਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਨੇ, ਸਾਡੇ ਨਗਰ ਨਿਗਮ ਜਿਹੜੇ ਨੇ, ਉੱਥੇ ਕਰਪਸ਼ਨ ਇੰਨੀ ਜ਼ਿਆਦਾ ਹੈ ਕਿ ਹਰ ਤੀਜੀ ਬਿਲਡਿੰਗ ਤੁਹਾਨੂੰ ਨਜਾਇਜ਼ ਬਣੀ ਲੱਭੇਗੀ। ਕਿਤੇ ਕੋਈ ਤੁਹਾਨੂੰ ਮਤਲਬ ਹੁਣ ਤਾਂ ਨਕਸ਼ੇ ਪਾਸ ਕਰਦੇ ਹੋ ਨਾ ਤੁਸੀਂ, ਹੁਣ ਤਾਂ ਕਿੱਡੀਆਂ ਮੈਂ ਜਲੰਧਰ ਦੀ ਗੱਲ ਲੈਣਾ ਤਾਂ ਕਿੱਡੇ ਵੱਡੇ ਹਸਪੀਟਲ ਨੇ ਤੇ ਉਹਨਾਂ ਦੇ ਥੱਲੇ ਮਤਲਬ ਆਪਣੇ ਕੋਈ ਵੀ ਵਹੀਕਲ ਖੜੇ ਕਰਨ ਵਾਸਤੇ ਪਾਰਕਿੰਗ ਸਪਾਟ ਕਿਸੇ ਦੇ ਨਹੀਂ ਹੈ ਜੀ। ਸੜਕਾਂ ਤੇ ਲੱਗੇ ਹੋਏ ਨੇ, ਟ੍ਰੈਫਿਕ ਜਾਮ ਉਹਨਾਂ ਦੇ ਸਾਹਮਣੇ ਹੀ, ਯਾਨੀ ਐਂਬੂਲੈਂਸ ਨਹੀਂ ਲੰਘ ਸਕਦੀ ਉੱਥੋਂ ਦੀ। ਇੰਨਾ ਜ਼ਿਆਦਾ ਟ੍ਰੈਫਿਕ ਹੋ ਗਿਆ ਲੋਕਾਂ ਦੇ ਵਿੱਚ, ਇੰਨੀ ਜ਼ਿਆਦਾ ਗੱਡੀਆਂ ਬਹੁਤ ਆ ਗਈਆਂ ਨੇ ਉਹ। ਸੋ ਇਹਨਾਂ ਹਾਦਸਿਆਂ ਨੂੰ ਮੈਨੂੰ ਲੱਗਦਾ ਆ ਹੈਂਡਲ ਕਰਨ ਵਾਸਤੇ ਨਾ ਤਾਂ ਸਾਡੇ ਪ੍ਰਸ਼ਾਸਨ ਕੋਲ ਕੋਈ ਇਸ ਤਰੀਕੇ ਦਾ ਵਿਜ਼ਨ ਹੈ ਜੀ, ਨਾ ਉਹਨਾਂ ਕੋਲ ਕੋਈ ਇਸ ਤਰੀਕੇ ਦਾ ਮੈਕੈਨਿਜ਼ਮ ਹੈ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਾਇਆ ਜਾ ਸਕੇ ਫਾਇਰ ਬ੍ਰਿਗੇਡ ਨੂੰ ਲੈ ਕੇ। ਸੈਕੰਡ, ਮੈਂ ਜਿਹੜੀ ਗੱਲ ਆਪਾਂ ਕਰਦੇ ਹਾਂ ਕਿ ਸਮਾਜਿਕ ਤੌਰ ਦੇ ਉੱਤੇ ਅਸੀਂ ਨਾ ਜਿਹੜਾ ਜਿਸ ਤਰੀਕੇ ਦਾ ਕਰਪਟ ਜੀ ਸਿਸਟਮ ਦੇ ਵਿੱਚੋਂ ਦੀ ਲੰਘ ਰਹੇ ਹਾਂ, ਉੱਥੇ ਅਣਿਆਈਆਂ ਮੌਤਾਂ। ਯਾਰ ਤੁਸੀਂ ਇਹ ਕਹਿ ਸਕਦੇ ਹੋ, ਇੱਕ ਦਲਿਤ ਆਗੂ ਮੁੰਡਾ ਲਕਸ਼ਮਣ ਦ੍ਰਵਿੜ ਹੈ ਜੀ, ਅੱਜ ਕੁਝ ਦੋਸਤ ਜਲੰਧਰ ਤੋਂ ਗਏ ਹੋਏ ਸੀ, ਉਹਦਾ ਸੰਸਕਾਰ ਸੀ, ਉਹਦਾ ਦੋਸਤ ਉਹਦੇ ਵਿੱਚ ਦੱਬ ਗਿਆ ਸੀ, ਉਹਨੂੰ ਬਚਾਉਣ ਗਿਆ ਨੈਸ਼ਨਲ ਲੈਵਲ ਦਾ ਲੀਡਰ ਹੈ ਉਹ ਦਲਿਤ ਭਾਈਚਾਰੇ ਦਾ। ਸੋ ਉਹਨੂੰ ਬਚਾਉਣ ਗਿਆ, ਉਹ ਵੀ ਧੂਏ ਦੇ ਨਾਲ ਦਮ ਘੁੱਟਿਆ ਤੇ ਉਹ ਮਰ ਗਿਆ। ਔਰ 6 ਘੰਟੇ ਬਾਅਦ ਉਹਦੀ ਲਾਸ਼ ਨੂੰ ਜਿਹੜਾ ਹੈ ਕੱਢਿਆ ਗਿਆ। ਅੱਜ ਉਹਦਾ ਸੰਸਕਾਰ ਸੀ ਤੇ ਦਲੀ ਤੇ ਮਲੀ ਜਿਹਨੂੰ ਕਹਿੰਦੇ ਆ ਲੋਕ, ਮਤਲਬ ਉਹਦੇ ਪਿੱਛੇ ਜਿਹੜੇ ਆ ਹਾ ਦਾ ਨਾਰਾ ਮਾਰਨ ਵਾਸਤੇ ਲੋਕ ਗਏ ਹੋਏ ਸੀ। ਸੋ ਕੁਛ ਮਤਲਬ ਕਾਰੀਗਰ ਲੋਕ ਹੋਣਗੇ ਜਿਹੜੇ ਉੱਥੇ ਕੰਮ ਕਰਦੇ ਲੋਕ ਹੋਣਗੇ, ਉਹਨਾਂ ਦੇ ਪਰਿਵਾਰ ਹੋਣਗੇ, ਉਹਨਾਂ ਦੇ ਬੱਚੇ ਹੋਣਗੇ। ਸੋ ਸਾਡੇ ਅਧਿਕਾਰੀਆਂ ਦੀਆਂ, ਸਾਡੇ ਸਮਾਜਿਕ ਜ਼ਿੰਮੇਵਾਰੀਆਂ ਵੀ ਅਸੀਂ ਨਾ ਕਈ ਵਾਰੀ ਅਧਿਕਾਰੀਆਂ ਨੂੰ ਵੀ ਕਹਿ ਸਕਦੇ ਹਾਂ, ਕੋਈ ਗੱਲ ਨਹੀਂ, ਸਰਕਾਰਾਂ ਨੂੰ ਵੀ ਕੋ ਸਕਦੇ ਹਾਂ, ਸਾਡੀਆਂ ਕੁਝ ਸਮਾਜਿਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਜੀ। ਮੈਨੂੰ ਲੱਗਦਾ ਅਸੀਂ ਵੀ ਕੁਝ ਲੋਕ ਮਤਲਬ ਜਿਹਨੇ 2 ਤੋਂ 5 ਮੰਜ਼ਿਲਾ ਬਣਾਈ ਹੈ ਉਹਦਾ ਧਿਆਨ ਨਹੀਂ ਰੱਖਿਆ ਹੈ, ਫਿਰ ਜਿਹਦੀ ਮਸ਼ੀਨ ਖਰਾਬ ਹੋ ਗਈ ਹੈ, ਤੇਰਾ ਸ਼ਾਰਟ ਸਰਕਟ ਹੋਇਆ ਹੈ, ਤੂੰ ਉਹਨੂੰ ਨਹੀਂ ਦੱਸਿਆ ਹੈ, ਫਿਰ ਉੱਥੇ ਉਹ ਜਿਹੜਾ ਕੈਮੀਕਲ ਪਿਆ ਸੀ, ਜਿਹੜਾ ਕੈਮੀਕਲ ਯੂਜ਼ ਹੁੰਦਾ ਨਾ, ਉਹਦੇ ਧਮਾਕੇ ਹੋਏ ਨੇ 3। ਪਹਿਲਾਂ ਅੱਗ ਬੁਝਾ ਦਿੱਤੀ ਗਈ ਸੀ ਜੀ, ਸੋ ਉਹਦੇ ਤੋਂ ਬਾਅਦ ਉਹਨਾਂ ਧਮਾਕਿਆਂ ਦੇ ਨਾਲ ਉਹ ਬਿਲਡਿੰਗ ਡਿੱਗੀ ਹੈ। ਉਸ ਬਿਲਡਿੰਗ ਨੇ ਫਿਰ 2 ਹੋਰ ਮਾਰਤਾਂ। ਇੱਕ ਹੋਰ ਮੈਂ ਇਹਦੇ ਵਿੱਚ ਨੁਕਤਾ ਜ਼ਰੂਰ ਵਿਚਾਰਨਾ ਚਾਹੁੰਦਾ ਹਾਂ ਕਿ ਜਦੋਂ ਵੀ ਕੋਈ ਇੰਡਸਟਰੀ ਜਾਂ ਕੋਈ ਕਾਰਖਾਨਾ ਕੋਈ ਲਗਾਇਆ ਜਾਂਦਾ ਤੇ ਉਹਦੇ ਲਈ ਤਰ੍ਹਾਂ ਦੇ ਲਾਇਸੈਂਸ ਲੈਣੇ ਪੈਂਦੇ ਆ। ਤੁਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲਾਇਸੈਂਸ ਲੈਂਦੇ ਹੋ ਕਿ ਤੁਹਾਡੀ ਜਿਹੜੀ ਫੈਕਟਰੀ ਆ ਉਹਦੇ ਵਿੱਚੋਂ ਨਿਕਲਣ ਵਾਲਾ ਧੂਆਂ ਜਾਂ ਪਾਣੀ ਜਿਹੜਾ ਉਹ ਆਸ-ਪਾਸ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਿਤ ਨਹੀਂ ਕਰੇਗਾ। ਤੁਹਾਨੂੰ ਸੁਰੱਖਿਆ ਦੇ ਮੱਦੇਨਜ਼ਰ ਲਾਇਸੈਂਸ ਲੈਣਾ ਪੈਂਦਾ ਹੈ। ਅੱਗ ਬੁਝਾਊ ਯੰਤਰ ਉਸ ਫੈਕਟਰੀ ਦੇ ਵਿੱਚ, ਕਾਰਖਾਨੇ ਦੇ ਵਿੱਚ ਲੱਗੇ ਆ ਜਾਂ ਨਹੀਂ ਲੱਗੇ, ਇਹ ਸੁਨਿਸ਼ਚਿਤ ਕਰਨਾ ਪਊਗਾ। ਸਾਲ ਬਾਅਦ ਉਹਨਾਂ ਨੂੰ ਅਪਡੇਟ ਵੀ ਕਰਵਾਉਣਾ ਪੈਂਦਾ ਕਿ ਠੀਕ ਚੱਲਦੇ ਪਏ ਨੇ। ਹੋਰ ਬਹੁਤ ਕੁਝ ਹੈ ਕਿ ਇਹ ਸਾਰਾ ਕੁਝ ਜਿਹੜੇ ਸਾਰੇ ਵਿਭਾਗ ਅੱਖਾਂ ਬੰਦ ਕਰਕੇ ਬੈਠੇ ਸੀ, ਬਿਨਾਂ ਦੇਖਿਆ ਚਾਖਿਆ ਹੀ ਸਾਰੇ ਲਾਇਸੈਂਸ ਦੇ ਦਿੱਤੇ ਗਏ। ਯਾਰ ਅੱਖਾਂ ਬੰਦ ਕਰਕੇ ਨਹੀਂ ਬੈਠੇ, ਕਰਪਸ਼ਨ ਇਜ਼ देयर ਜੀ। ਜਿਹੜੀ ਕਰਪਸ਼ਨ ਹੈ ਨਾ, ਕਰਪਟ ਹੈ ਜਿਹੜੇ ਲੋਕ। ਉੱਥੇ ਤੁਸੀਂ ਇਕਵਿਪਮੈਂਟਸ ਦੇਖੋ ਨਾ ਜਾ ਕੇ ਫੈਕਟਰੀਆਂ ਦੇ ਵਿੱਚ, ਅੱਗ ਬੁਝਾਊ ਯੰਤਰਾਂ ਦੇ, ਉਹ ਮਤਲਬ ਜਿਹੜਾ ਕੈਮੀਕਲ ਰੱਖਿਆ ਹੋਇਆ ਆ ਉਹ ਤਾਂ ਹੈਗਾ ਆ ਐਟਮ ਬੰਬ ਜੀ, ਤੇ ਜਿਹੜਾ ਇਕਵਿਪਮੈਂਟ ਬੁਝਾਉਣ ਵਾਲਾ ਹੈਗਾ ਉਹ ਚੱਲਦਾ ਹੀ ਨਹੀਂ ਜੀ। ਉਹਨੂੰ ਬਰਿਆਂ ਵੱਧੀ ਹੋ ਗਿਆ ਰੱਖਿਆ ਉੱਥੇ, ਰੇਤਾ 2 ਸੇਰ ਰੇਤਾ ਪਾ ਕੇ ਰੱਖੀ ਹੋਈ ਹੈ। ਅੱਡੀ ਵੱਡੀ ਤੁਹਾਡੀ 5 ਮੰਜ਼ਿਲਾ ਬਿਲਡਿੰਗ ਹੈ ਤੇ ਉੱਥੇ ਤੁਸੀਂ ਕਿਤੇ ਚਲੇ ਜਾਓ ਤੁਸੀਂ ਜੀ, ਤੁਸੀਂ ਕਿਸੇ ਇੰਡਸਟਰੀ ਨੂੰ ਵਿਜ਼ਿਟ ਕਰ ਲਓ, ਤੁਹਾਨੂੰ ਇਹੀ ਨਜ਼ਰ ਆਏਗਾ ਉੱਥੇ ਉਸ ਕਿਸਮ ਦੇ ਅੱਗ ਬੁਝਾਉਣ ਯੰਤਰ। ਯਾਨੀ ਇਹਤਿਆਤ ਨਹੀਂ ਹੈ ਫੈਕਟਰੀਆਂ ਦੇ ਵਿੱਚ, ਤਾਂ ਪਹਿਲੇ ਇਹਤਿਆਤ ਨਹੀਂ ਹੈ। ਸੈਕੰਡਲੀ ਜੇ ਉਹ ਹੀ ਨਹੀਂ ਹੈ ਤਾਂ ਫਿਰ ਤੁਸੀਂ ਫਾਇਰ ਬ੍ਰਿਗੇਡ ਨੂੰ ਹੀ ਅਪਡੇਟ ਕਰ ਲਓ ਜੀ, ਉੱਥੇ ਵੀ ਨਹੀਂ ਆ, ਕਰਮਚਾਰੀ ਨਹੀਂ ਆ, ਉਹਨਾਂ ਕੋਲ ਕੋਈ ਸਾਧਨ ਹੀ ਨਹੀਂ ਆ, ਸੰਸਾਧਨ ਹੀ ਨਹੀਂ ਆ। ਕਿੰਨੇ ਵਰੇ ਲੱਗ ਜਾਂਦੇ ਨੇ। ਮਤਲਬ ਇੱਕ ਪਾਸੇ ਇੱਧਰਲੇ ਬੰਨੇ ਤੁਸੀਂ ਸਾਰੇ ਸੰਸਾਧਨ ਜੋੜਤੇ ਆ, ਰੱਬ ਨਾ ਕਰੇ ਕਿਸੇ ਹੋਰ ਫੈਕਟਰੀ ਨੂੰ ਲੱਗ ਜਾਵੇ ਮਾੜਾ ਜਿਹਾ, ਕੋਈ ਅਜਾ ਆ ਜਾਵੇ, ਉੱਥੇ ਕਿਹਨੂੰ ਭੇਜੋਗੇ ਜੀ? ਕੋਈ ਹੈ ਨਹੀਂਗਾ। ਬਟ ਸਾਡੇ ਕੋਲ ਐਡਾ ਵੱਡਾ ਇੰਡਸਟਰੀਅਲ ਏਰੀਆ ਜਿਹਨੂੰ ਬਚਾ ਕੇ ਰੱਖਣਾ, ਜਿਹਦੇ ਵਿੱਚ ਜਿਹੜੇ
ਮਜ਼ਦੂਰ ਨੇ, ਜਿਹੜੇ ਮਿਹਨਤਕਸ਼ ਲੋਕ ਨੇ, ਜਿਹੜੇ ਸਾਨੂੰ ਕੁਝ ਪ੍ਰੋਡਿਊਸ ਕਰਕੇ ਦਿੰਦੇ ਨੇ, ਜਿਹੜੇ ਅਸਲ ਮਾਇਨਿਆਂ ਦੇ ਵਿੱਚ ਜਿਨ੍ਹਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਕਿਰਤ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਐਜ਼ ਹਿਊਮਨ ਬੀਇੰਗ ਜਿਹਦੀ ਰਿਸਪੈਕਟ ਹੋਣੀ ਚਾਹੀਦੀ ਹੈ। ਮਤਲਬ ਮਾਨਵੀ ਮੁੱਲਾਂ ਦਾ ਘਾਣ ਵੀ ਹੈ ਤੇ ਮਨੁੱਖਤਾ ਦਾ ਘਾਣ ਵੀ ਹੈ। ਜੀ ਬਿਲਕੁਲ, ਮਨੁੱਖਤਾ ਦਾ ਘਾਣ ਵੀ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਜੇ ਕਿਸੇ ਹੋਰ ਪਾਸੇ ਇਦਾਂ ਦੀ ਮੰਦਭਾਗੀ ਘਟਨਾ ਵਾਪਰਦੀ ਹੈ ਤੇ ਫੇਰ ਕੀ ਕੀਤਾ ਜਾਏਗਾ, ਫਾਇਰ ਬ੍ਰਿਗੇਡ ਫੇਰ ਕੀ ਕਰੇਗੀ? ਇਹ ਮੇਰਾ ਖਿਆਲ ਹੈ ਕਿ ਇੰਤਜ਼ਾਰ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਅੱਜ ਦੀ ਤਾਜ਼ਾ ਖਬਰ ਇਹ ਵੀ ਹੈ ਕਿ ਲੁਧਿਆਣੇ ਦੇ ਵਿੱਚ ਹੀ ਇੱਕ ਹੌਜ਼ਰੀ ਦੀ ਦੁਕਾਨ ਨੂੰ ਅੱਜ ਅੱਗ ਲੱਗੀ ਹੈ, ਉਹ ਵੀ ਸ਼ਾਰਟ ਸਰਕਟ ਦਾ ਕਰਕੇ ਲੱਗੀ ਹੈ। ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਚਲੋ ਗਨੀਮਤ ਇਹ ਰਹੀ ਹੈ ਕਿ ਉਹਦੇ ਤੇ ਕਾਬੂ ਪਾ ਲਿਆ ਗਿਆ, ਪਰ ਜੇ ਕੋਈ ਵੱਡਾ ਹਾਦਸਾ ਉੱਥੇ ਵੀ ਵਾਪਰਦਾ ਤੇ ਫੇਰ ਕਿਵੇਂ ਮੈਨੇਜ ਕੀਤਾ ਜਾਂਦਾ? ਫਿਰ ਉਹੀ ਹਾਲ ਹੋਣਾ ਸੀਗਾ। ਗਵਾਂਢੀ ਜ਼ਿਲ੍ਹਿਆਂ ਤੋਂ ਜਿਹੜਾ ਆ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੰਗਵਾਉਣੀਆਂ ਪੈਣੀਆਂ ਸੀਗੀਆਂ ਤੇ ਉਹਨਾਂ ਦੇ ਆਉਣ ਤੱਕ ਕਿੰਨਾ ਨੁਕਸਾਨ ਹੋਣਾ ਸੀ ਜਾਨੀ ਮਾਲੀ, ਇਸ ਦਾ ਅੰਦਾਜ਼ਾ ਅਸੀਂ ਸਹਿਜੇ ਜਿਹੜਾ ਉਹ ਲਗਾ ਸਕਦੇ ਹਾਂ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਇਸ ਪਾਸੇ ਵੱਲ ਧਿਆਨ ਦੇਣ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਲੁਧਿਆਣਾ ਇੰਡਸਟਰੀਅਲ ਏਰੀਆ ਹੈ ਔਰ ਮੈਨਚੈਸਟਰ ਕਿਹਾ ਜਾਂਦਾ ਹੈ ਇਹਨੂੰ ਪੰਜਾਬ ਦਾ, ਤੇ ਇਸ ਮੈਨਚੈਸਟਰ ਦੇ ਵਿੱਚ 2000 ਤੋਂ ਵੱਧ ਜਿਹੜੀਆਂ ਛੋਟੀਆਂ ਵੱਡੀਆਂ ਇੰਡਸਟਰੀਜ਼ ਜਿਹੜੀਆਂ ਚੱਲਦੀਆਂ ਨੇ, ਪੈਰ ਤੇ ਇੰਡਸਟਰੀ ਹੈ। ਤੇ ਜੇ ਉਸ ਸਭ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤੇ ਫਿਰ ਇਹ ਗੱਲ ਜਿਹੜੀ ਆ ਉਹ ਮੰਦਭਾਗੀ ਹੋਏਗੀ। ਮਨੁੱਖੀ ਜਾਨਾਂ ਲਈ ਵੀ ਰਿਸਕੀ ਹੁੰਦਾ ਹੈ ਇਹ ਸਭ ਕੁਝ, ਤੇ ਮਾਲੀ ਨੁਕਸਾਨ ਲਈ ਵੀ ਰਿਸਕੀ ਹੋ ਜਾਂਦਾ। ਇਸ ਪਾਸੇ ਵੱਲ ਧਿਆਨ ਦੇਣ ਦੀ ਜ਼ਰੂਰਤ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ, ਖਾਸ ਤੌਰ ਤੇ ਜਿਹੜੇ ਇੰਡਸਟਰੀਅਲਿਸਟ ਨੇ, ਜਿਹੜੇ ਉਦਯੋਗਪਤੀ ਨੇ, ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਜਿਹੜਾ ਕੰਮ ਕਰ ਰਹੇ ਸਿਰਫ ਉਹਦੇ ਵਿੱਚੋਂ ਮੁਨਾਫਾ ਨਾ ਭਾਲੀਏ, ਬਲਕਿ ਸੁਰੱਖਿਆ ਨੂੰ ਵੀ ਧਿਆਨ ਦੇ ਵਿੱਚ ਰੱਖੀਏ, ਕਿਉਂਕਿ ਉਹਨਾਂ ਦੇ ਹੇਠ ਜਿਹੜੇ ਕੰਮ ਕਰਨ ਵਾਲੇ ਗਰੀਬ ਮਜ਼ਦੂਰ ਨੇ, ਉਹਨਾਂ ਦੇ ਪਰਿਵਾਰ ਨੇ, ਹੋ ਸਕਦਾ ਕਿ ਉਹਨਾਂ ਦੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਬੰਦਾ ਉਹਨਾਂ ਦੇ ਉਦਯੋਗ ਦੇ ਵਿੱਚ, ਉਹਨਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਹੋਵੇ ਤੇ ਉਹਦੀ ਜਾਨ ਜਾਣ ਤੋਂ ਬਾਅਦ ਬਾਕੀ ਪਰਿਵਾਰ ਰੋਲਣ ਖੋਲਣ ਵਾਲੀ ਸਥਿਤੀ ਦੇ ਵਿੱਚ ਪਹੁੰਚ ਜਾਵੇਗਾ। ਇਹ ਧਿਆਨ ਦੇਣ ਦੀ ਜ਼ਰੂਰਤ ਹੈ। ਬਹੁਤ ਵੱਡੀ ਖਬਰ ਸੀਗੀ ਇਹ, ਪੰਜਾਬ ਦੇ ਲਈ ਤਰਾਸਦਿਕ ਖਬਰ ਸੀ, ਇਸ ਕਰਕੇ ਵਿਸਥਾਰ ਦੇ ਵਿੱਚ ਇਸ ਖਬਰ ਤੇ ਅਸੀਂ ਚਰਚਾ ਪਾਈ ਹੈ। ਔਰ ਅਗਲੀ ਖਬਰ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਅਗਵਾਈ ਦੀ ਤਬਦੀਲੀ ਦੀ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੋਨੀਆ ਗਾਂਧੀ ਕਾਂਗਰਸ ਦੀ ਕਮਾਨ ਸੰਭਾਲੀ ਬੈਠੇ ਸੀਗੇ, ਰਾਹੁਲ ਗਾਂਧੀ ਜਿਹੜੇ ਆ ਉਹ ਉਪ ਪ੍ਰਧਾਨ ਦੇ ਅਹੁਦੇ ਤੇ ਸੀਗੇ, ਤੇ ਹੁਣ ਕਨਸੂਆਂ ਇਹ ਚੱਲਦੀਆਂ ਪਈਆਂ ਨੇ। ਲਗਭਗ ਇੱਥੇ ਮੰਨਿਆ ਜਾ ਰਿਹਾ ਹੈ ਕਿ 5 ਦਸੰਬਰ ਨੂੰ ਰਾਹੁਲ ਗਾਂਧੀ ਨੂੰ ਜਿਹੜਾ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਜਾਏਗਾ। ਇਸ ਖਬਰ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਉਹਨਾਂ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਜਿਹੜੀ ਕਨਸੋ ਆਈ ਹੈ ਜਾਂ ਖਬਰ ਹੀ ਕਹੀ ਜਾ ਸਕਦੀ ਹੈ, ਉਸ ਖਬਰ ਦੇ ਮੁਤਾਬਿਕ 5 ਦਸੰਬਰ ਨੂੰ, ਹਾਲਾਂਕਿ 5 ਦਸੰਬਰ ਨੂੰ ਉਹਨਾਂ ਨੇ ਦੀਆਂ ਨਾਮਜ਼ਦਗੀਆਂ ਨੇ ਵਿਦਿਨ ਪਾਰਟੀ, ਜਿਹੜੀ ਚੋਣ ਹੁੰਦੀ ਹੈ ਜਿਸ ਤਰੀਕੇ ਦੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਜਿਹੜੇ ਕੁਝ ਦਾਅਵੇਦਾਰ ਹੋਣਗੇ, ਉਸ ਹਿਸਾਬ ਨਾਲ ਉਹ ਵਾਪਸੀਆਂ ਤੇ ਹੋਰ ਜੇ ਦੇਖਿਆ ਜਾਵੇ ਤਾਂ ਫਿਰ ਉਹ 15 ਦਸੰਬਰ ਤੱਕ ਜਾਂਦੀ ਹੈ। ਪਰ ਖਬਰ ਜਿਹੜੀ ਆ ਰਹੀ ਹੈ, ਜਿਸ ਤਰੀਕੇ ਦੀ ਆਲੇ ਦੁਆਲੇ ਖਬਰਾਂ ਆਈ ਜਾਂਦੀਆਂ ਨੇ, ਮਹਿਕ ਆ ਜਾਂਦੀ ਹੈ, ਉਸ ਮੀਟਿੰਗ ਦੀ ਮਹਿਕ ਵੀ ਇਹ ਕਹਿ ਰਹੀ ਹੈ ਕਿ ਉਹ ਇਕਲੌਤੇ ਉਮੀਦਵਾਰ ਹੋਣਗੇ। ਸੋ ਦੈਟਸ ਵਾਈ ਉਹ 5 ਦਸੰਬਰ ਨੂੰ ਉਹਨਾਂ ਦਾ, ਔਰ 5 ਦਸੰਬਰ ਦਾ ਮਤਲਬ ਇਹ ਹੈ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਪ੍ਰਧਾਨ ਬਣਾ ਦਿੱਤੇ ਜਾਣਾ ਲਗਭਗ ਨਿਸ਼ਚਿਤ ਹੀ ਹੈ। ਔਰ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਗੁਜਰਾਤ ਚੋਣਾਂ ਦੇ ਵਿੱਚ ਨਾ ਕਾਂਗਰਸ ਨੂੰ ਥੋੜਾ ਜਿਹਾ ਹੁਲਾਰਾ ਮਿਲੇਗਾ। ਪਿਛਲੇ ਕੁਝ ਸਮੇਂ ਤੋਂ ਪਹਿਲਾਂ ਪੋਲੀਟੀਕਲੀ ਰਾਹੁਲ ਗਾਂਧੀ ਹੋਰਾਂ ਦਾ ਜਿਹੜਾ ਫੇਸ ਵਿਦਿਨ ਕਾਂਗਰਸ ਹੈ ਨਾ ਜੀ, ਉਹ ਵੀ ਕਿਤੇ ਨਾ ਕਿਤੇ ਉਹ ਡੈਂਟ ਪਾ ਦਿੰਦਾ ਸੀ ਕੋਈ ਨਾ ਕੋਈ ਕਾਂਗਰਸੀ ਲੀਡਰ, ਕਿਉਂਕਿ ਇਹ ਤਾਂ ਬੜੇ ਸਿਆਸੀ ਘਾਗਾਂ ਦੀ ਪਾਰਟੀ ਹੈ, ਪੁਰਾਣੀ ਹੰਡੇ ਹੋਏ ਲੋਕਾਂ ਦੀ, ਅੱਡੇ ਸਿਰ ਨੇ ਉਹਨਾਂ ਦੇ ਪੋਲੀਟੀਕਲ ਕਿਸ ਤਰੀਕੇ ਨਾਲ ਸਾਡੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵਾਰੀ ਬਿਆਨ ਦੇ ਦਿੱਤਾ ਸੀ। ਯੈਸ ਵਨ ਆਫ them, ਉਹਨਾਂ ਨੇ ਵੀ ਮਤਲਬ ਇਸ ਤਰੀਕੇ ਦਾ ਬਿਆਨ ਦਿੱਤਾ ਸੀ ਜਿਹਦੇ ਨਾਲ ਹਾਲਾਂਕਿ ਹੁਣ ਤਬਦੀਲ ਹੋਏ ਨੇ, ਹੁਣ ਕਹਿੰਦੇ ਬਹੁਤ ਬੁਰੀ ਤਰ੍ਹਾਂ ਤਬਦੀਲ ਹੋਏ ਕਹਿ ਸਕਦੇ ਆ। ਔਰ ਉਸ ਤਬਦੀਲੀ ਦਾ ਇਹ ਵੀ ਹੁੰਦਾ ਨਾ, ਇਹ ਜਿਹੜੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਨੇ, ਜਿਹੜੀਆਂ ਸੈਂਟਰ ਦੇ ਨਾਲ ਜੁੜੀਆਂ ਹੋਈਆਂ ਪਾਰਟੀਆਂ, ਨੈਸ਼ਨਲ ਪਾਰਟੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਆ, ਔਰ ਸੱਚੀ ਮੁੱਚੀ ਨੈਸ਼ਨਲ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ, ਉਹਦੇ ਵਿੱਚ ਇੱਕ ਡਿਸਿਪਲਿਨ ਉੱਪਰੋਂ ਹੇਠਾਂ ਤੱਕ ਦਾ ਤਾਂ ਹੁੰਦਾ ਹੀ ਹੈ ਨਾ। ਔਰ ਜਿਸ ਤਰੀਕੇ ਨਾਲ ਮੁੜ ਕੇ ਇੱਕ ਘੁੱਖਣ ਵਾਲੀ ਗੱਲ ਹੈ, ਉਹਦੇ ਨਾਲ ਹੀ ਜੁੜੀ ਹੋਈ ਗੱਲ ਹੈ, ਜਿਸ ਤਰੀਕੇ ਨਾਲ ਮੁੜ ਕੇ ਡੀਲਿੰਗ ਹੈ ਨਾ ਰਾਹੁਲ ਗਾਂਧੀ ਹੋਰਾਂ ਦੀ ਕੈਪਟਨ ਅਮਰਿੰਦਰ ਹੋਰਾਂ ਨਾਲ, ਉਹ ਤੁਹਾਨੂੰ ਸਾਰੀ ਦੀ ਸਾਰੀ ਡੀਲਿੰਗ ਸਮਝ ਲੱਗ ਜਾਂਦੀ ਹੈ। ਬਾਜਵਾ ਨੂੰ ਅੱਗੇ ਲੈ ਆਉਣਾ,
है ना थोड़ी देर ये हल्लाशेरी मिल जानी भी खिच दो काम नूं जां होर उस तरीके का ਜਾਂ मैं ये देखदा भी जे उन्होंने कहा ना मैं लंबी पारी खेडनी है तो मैनू ये भी लगा भी किते ये तो नहीं कि सेंटर चों कुछ लीडरां नूं थापड़ा मिल रहा होवे ते ये थोड़ा जिहा दस्सण खातर भी मैं बैडमिंटन वाली जिहड़ी गेम ਉਹਦੇ ਤੇ ਨਿਸ਼ਾਨਾ ਵੀ ਕਿਹਾ ਕੁਝ ਪੋਲੀਟੀਕਲ ਆਰਗੇਨਾਈਜ਼ ਸੋ ਉਹ ਮੈਨੂੰ ਲੱਗਦਾ ਹੈ ਕਿ ਰਾਹੁਲ ਹੋਰਾਂ ਦੇ ਪ੍ਰਧਾਨ ਬਣਨ ਨਾਲ ਗੁਜਰਾਤ ਚੋਣਾਂ ਦੇ ਉੱਤੇ ਕਾਂਗਰਸ ਵਾਸਤੇ ਥੋੜਾ ਜਿਹਾ ਹੁਲਾਰਾ ਜਿਹੜਾ ਉਹ ਬਣੇਗਾ ਔਰ ਇੱਕ ਇਹਦੇ ਤੇ ਨੁਕਤਾ ਇਹ ਵੀ ਤਾਂ ਵਿਚਾਰਿਆ ਜਾ ਸਕਦਾ ਆ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਪ੍ਰਧਾਨ ਦੇ ਤੌਰ ਤੇ ਰਾਹੁਲ ਗਾਂਧੀ ਹੀ ਤਾਂ ਵਿਚਰ ਰਿਹਾ ਸੀ ਭਾਵੇਂ ਅਹੁਦਾ ਉਹਨਾਂ ਨੂੰ ਨਹੀਂ ਮਿਲਿਆ ਸੀਗਾ ਸੋਨੀਆ ਗਾਂਧੀ ਹੋਰੀ ਉਸ ਤਰੀਕੇ ਨਾਲ ਐਕਟਿਵ ਨਹੀਂ ਸੀਗੀ ਲੰਬੇ ਸਮੇਂ ਤੋਂ ਜਿਹੜੇ ਉਹ ਰਾਹੁਲ ਗਾਂਧੀ ਹੋਰੀ ਹੀ ਸਾਰਾ ਕੁਝ ਪ੍ਰਧਾਨ ਵਾਲੇ ਕੰਮ ਜਿਹੜੇ ਉਹੀ ਕਰਦੇ ਨਜ਼ਰ ਆ ਰਹੇ ਸੀਗੇ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਸਿਰਫ ਅਹੁਦਾ ਹੀ ਮਿਲੇਗਾ ਕੋਈ ਬਹੁਤਾ ਫਰਕ ਨਹੀਂ ਪੈਗਾ हाँ नहीं एक देखो ਤੁਹਾਡੀ ਗੱਲ ਬਿਲਕੁਲ ਬਿਲਕੁਲ ਦਰੁਸਤ ਹੈ ਐਕਟਿਵਲੀ ਪਾਰਟਿਸਿਪੇਸ਼ਨ ਜਿਹੜੀ ਹੈ ਉਹ ਪ੍ਰਧਾਨ ਵਰਗੀ ਹੀ ਰਹੀ ਰਾਹੁਲ ਗਾਂਧੀ ਹੋਰਾਂ ਦੀ ਪਰ ਜੇ ਕਾਂਗਰਸ ਦੇ ਵਿੱਚ ਇੱਕ ਫੇਸ ਦੀ ਵੈਲਿਊ ਲਈ ਜਾਵੇ ਨਾ 98 ਤੋਂ ਸੋਨੀਆ ਗਾਂਧੀ ਪ੍ਰਧਾਨ ਉਹਨਾਂ ਦੇ ਬਣੇ ਹੋਏ ਨੇ ਔਰ ਜਿਸ ਤਰੀਕੇ ਦਾ ਉਹਨਾਂ ਨੇ ਉਸ ਵੇਲੇ ਦਾ ਤੁਸੀਂ ਸਾਰਾ ਸੀਨ ਯਾਦ ਕਰੋ ਨਾ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕੀਤਾ ਪ੍ਰਧਾਨ ਹੋਣ ਦੇ ਬਾਵਜੂਦ ਜਿਹੜੀ ਕਿ ਟ੍ਰੈਡੀਸ਼ਨ ਨਹੀਂ ਸੀ ਸੋ ਉਹਨਾਂ ਦਾ ਇੱਕ ਫੇਸ ਇੱਕ ਤਿਆਗੀ ਫੇਸ ਵਜੋਂ ਆਮ ਕਾਂਗਰਸੀ ਵਰਕਰ ਕਾਂਗਰਸ ਦਾ ਜਿਹੜਾ ਕੈਡਰ ਹੈ ਵਰਕਰ ਹੈ ਉਹਦੇ ਮਨ ਦੇ ਵਿੱਚ ਇੱਕ ਉਹਨਾਂ ਦਾ ਅਕਸ ਜਿਹੜਾ ਸੀ ਨਾ ਉਹ ਬੜਾ ਉਹਦਾ ਜਿਹੜਾ ਇੰਪੈਕਟ ਸੀ ਨਾ ਉਹ ਬਹੁਤ ਗੂੜਾ ਸੀ ਉਹਦਾ ਜਿਹੜਾ ਛਾਪ ਜਿਹਨੂੰ ਆਪਾਂ ਕਹਿੰਦੇ ਆ ਉਹ ਬੜੀ ਗੂੜੀ ਸੀ ਤੁਸੀਂ ਫੀਲ ਕਰ ਸਕਦੇ ਆ ਰਾਜੀਵ ਗਾਂਧੀ ਹੋਰਾਂ ਦੀ ਸ਼ਖਸੀਅਤ ਦਾ ਵੀ ਅਸਰ ਜ਼ਰੂਰ ਹਾਂ ਉਹ ਸਾਰੀ ਦੇਖੋ ਪਾਰਟੀ ਹੈ ਨਾ ਉਹ ਪਾਰਟੀ ਲੀਡਰਸ਼ਿਪ ਦੀ ਬੈਕਗ੍ਰਾਉਂਡ ਦਾ ਕਾਊਂਟ ਕਰਦੀ ਹੁੰਦੀ ਹੈ ਉਹ ਕਰ ਰਹੀ ਸੀਗੀ ਉਹਦੇ ਪਿੱਛੇ ਇੰਦਰਾ ਗਾਂਧੀ ਵੀ ਕਾਊਂਟ ਕਰ ਰਹੀ ਸੀਗੀ ਪੰਜਾਬ ਦੇ ਮਾਮਲੇ 'ਚ ਭਾਵੇਂ ਵੱਖ ਆਪਾਂ ਹੋਰ ਐਂਗਲ ਤੋਂ ਇਹ ਸਾਰੇ ਸੀਨ ਨੂੰ ਦੇਖ ਸਕਦੇ ਹਾਂ ਪਰ ਅਦਰ ਦੈਨ ਬਾਕੀ ਤਾਂ ਦੇਸ਼ ਦੇ ਵਿੱਚ ਜੋ ਹੈ ਉਹ ਸਾਰੇ ਦੇ ਸਾਰਾ ਇੱਕ ਸਾਡੇ ਪਰਿਵਾਰ ਪੂਜਕ ਵੀ ਆ ਨਾ ਅਸੀਂ ਸਾਰੇ ਦੇ ਸਾਰੇ ਨਾਟ ਓਨਲੀ ਇਨ ਦਿਸ ਕਾਂਗਰਸ ਐਵਰੀਵੇਅਰ ਤੁਸੀਂ ਦੇਖ ਸਕਦੇ ਆ ਵੀ ਅਸੀਂ ਪਰਿਵਾਰ ਪੂਜਕ ਆ ਔਰ ਉਹ ਸਾਡੇ ਈਵਨ ਇਹ ਨਹਿਰੂ ਪਰਿਵਾਰ ਦੇ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਆਪਾਂ ਦੇਖ ਸਕਦੇ ਆ ਸੋ ਉਹ ਇੱਕ ਇਮੇਜ ਜਿਹੜਾ ਸੀ ਨਾ ਐਕਟਿਵਲੀ ਪਾਰਟਿਸਿਪੇਟ ਨਾ ਕਰਨ ਦੇ ਬਾਵਜੂਦ ਵੀ ਸੋਨੀਆ ਗਾਂਧੀ ਦਾ ਇਮੇਜ ਜਿਹੜਾ ਸੀ ਵਿਦਿਨ ਕਾਂਗਰਸ ਜਿਹੜਾ ਸੀ ਉਹ ਕਾਊਂਟ ਕਰਦਾ ਸੀ ਪਰ ਹਾਂ ਉਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਪ੍ਰਧਾਨ ਵਜੋਂ ਐਕਟਿਵਲੀ ਰਾਹੁਲ ਗਾਂਧੀ ਹੋਰੀ ਔਰ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਅਗਰੈਸਿਵਲੀ ਔਰ ਐਕਟਿਵਲੀ ਔਰ ਬਹੁਤ ਜ਼ਿਆਦਾ ਮੈਚਿਓਰਿਟੀ ਦੇ ਨਾਲ ਉਹ ਆਏ ਨੇ ਔਰ ਉਹਨੂੰ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਦੀ ਜਿਹੜੀ ਸਪੋਰਟ ਹੈ ਉਹ ਵੱਡੀ ਪੱਧਰ ਤੇ ਮਿਲੀ ਰਾਹੁਲ ਗਾਂਧੀ ਹੋਰਾਂ ਦੇ ਵਿੱਚ ਵੀ ਮੇਰਾ ਖਿਆਲ ਹੈ ਕਿ ਕੌਨਫੀਡੈਂਸ ਪਿਛਲੇ ਕੁਝ ਸਮੇਂ ਤੋਂ ਆ ਗਿਆ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਮੈਂ ਤਿਆਰ ਹਾਂ ਜ਼ਿੰਮੇਵਾਰੀ ਲੈਣ ਲਈ ਪਹਿਲਾਂ ਉਹ ਵੀ ਕਹਿੰਦੇ ਸੀ ਮੈਂ ਜ਼ਿੰਮੇਵਾਰੀ ਲੈਣ ਲਈ ਤਿਆਰ ਹੀ ਨਹੀਂ ਮੈਨੂੰ ਲੱਗਦਾ ਉਦੋਂ ਤੱਕ ਉਹ ਕਹਿ ਰਹੇ ਸੀ ਕਿ ਮੈਂ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਾਂ ਜਦੋਂ ਤੱਕ ਕੁਝ ਸੀਨੀਅਰ ਲੀਡਰਸ਼ਿਪ ਦੀ ਸਪੋਰਟ ਵਰਗਾ ਕੋਈ ਅਹਿਸਾਸ ਅਸੀਂ ਸਿਆਸੀ ਵਾਤਾਵਰਣ 'ਚ ਨਹੀਂ ਸੀ ਦੇਖਦੇ ਬਲਕਿ ਜਿਵੇਂ ਤੁਸੀਂ ਕੈਪਟਨ ਅਮਰਿੰਦਰ ਹੋਰਾਂ ਦੀ ਗੱਲ ਕੀਤੀ ਐਵੇਂ ਸੀਨੀਅਰ ਲੀਡਰਸ਼ਿਪ ਜਿਹੜੀ ਆ ਨਾ ਉਹ ਮਨੋਂ ਤਿਆਰ ਨਹੀਂ ਲੱਗਦੀ ਸੀ ਤੇ ਹੁਣ ਜਿਹੜੇ ਸੀਨੀਅਰ ਲੀਡਰਸ਼ਿਪ ਦੇ ਬਿਆਨ ਆ ਰਹੇ ਆ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਰਾਹੁਲ ਗਾਂਧੀ ਦੇ ਪੱਖ ਦੇ ਵਿੱਚ ਉਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਣ ਗਿਆ ਮਾਹੌਲ ਔਰ 5 ਤਰੀਕ ਨੂੰ ਉਹ ਪ੍ਰਧਾਨ ਬਣਨਗੇ ਤੇ ਤਾਂ ਪੱਕੀ ਮੋਹਰ ਲੱਗ ਗਈ ਹੈ ਉਹ ਮਾਹੌਲ ਪੂਰਾ ਬਣ ਗਿਆ ਉਹ ਪੂਰਾ ਮਾਹੌਲ ਬਣ ਗਿਆ ਇਸ ਪ੍ਰਧਾਨਗੀ ਦੇ ਅਹੁਦੇ ਮਿਲਣ ਦੇ ਨਾਲ ਜਿਹੜਾ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦਾ ਨਤੀਜਾ ਆਏਗਾ ਉਹ ਵੀ ਇਸ ਅਹੁਦੇ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਦੇ ਅਕਸ ਨੂੰ ਪ੍ਰਭਾਵਿਤ ਕਰੇਗਾ ਹਾਂ ਉਹ ਤਾਂ ਦਵੰਦਾਤਮਕ ਸਥਿਤੀ ਹੈ ਨਾ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਨਗੀਆਂ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜਿਸ ਤਰੀਕੇ ਨਾਲ ਦੋਵੇਂ ਪਾਸਿਆਂ ਤੇ ਜਾ ਕੇ ਉਹਨਾਂ ਨੇ ਆਪਣਾ ਇੱਕ ਅਕਸ ਛੱਡਿਆ ਹੈ ਸੋ ਉਹ ਕਾਊਂਟ ਕੀਤਾ ਹੈ ਸੋ ਉਹਨੇ ਉਹਨੂੰ ਹੱਲਾ ਦਿੱਤਾ ਹੈ ਹੱਲਾਸ਼ੇਰੀ ਦਿੱਤੀ ਹੈ ਤੋ ਇਧਰੋਂ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਦੀ ਐਕਸੈਪਟੈਂਸ ਬਲਕਿ ਐਕਸੈਪਟੈਂਸ ਹੀ ਨਹੀਂ ਉਹਦੀ ਤਾਰੀਫ ਕਰ ਦੇਣੀ ਉਹਨੂੰ ਇੱਕ ਯੋਗ ਪ੍ਰਧਾਨ ਦੇ ਤੌਰ ਦੇ ਉੱਤੇ ਮੰਨ ਲੈਣਾ ਜਾਂ ਉਹਦੀ ਗਲੋਰੀਫਿਕੇਸ਼ਨ ਕਰਨੀ ਜਾਂ ਮਤਲਬ ਹੈ ਨਾ ਸੋ ਮੈਨੂੰ ਲੱਗਦਾ ਉਹ ਸਾਰੀਆਂ ਚੀਜ਼ਾਂ ਜੁੜ ਕੇ ਕਾਂਗਰਸ ਦੇ ਫੇਵਰ 'ਚ ਜਾਣਗੀਆਂ
मैं महसूस कर रहा इस जी। ये फिलहाल आने वाला समा दसेगा, पर अगली खबर ते झात जरूर मारनी है क्योंकि ਜਦੋਂ ਅਸੀਂ ਪੰਜਾਬ ਵਿਧਾਨ ਸਭਾ ਦੇ ਸਰਦਰੁੱਤ ਦੇ ਇਜਲਾਸ ਦੀ ਗੱਲ ਕਰਦੇ ਹਾਂ ਤੇ ਪਤਾ ਲੱਗਦਾ ਕਿ 3 ਦਿਨ ਦਾ ਆ, 3 ਦਿਨ ਦੇ ਵਿੱਚੋਂ ਇੱਕ ਸਿਰਫ ਸ਼ਰਧਾਂਜਲੀਆਂ ਦੇਣ ਦੇ ਵਿੱਚ ਨਿਕਲ ਜਾਏਗਾ, 2 ਦਿਨ ਬਾਕੀ ਰਹਿ ਜਾਣੇ ਆ। ਤੇ ਇਸੇ ਤਰੀਕੇ ਨਾਲ ਸੰਸਦ ਦਾ ਇਜਲਾਸ ਜਿਹੜਾ ਸਰਦਰੁੱਤ ਦਾ ਉਹ ਵੀ ਛੋਟਾ ਜਿਹਾ ਰੱਖਿਆ ਗਿਆ, ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵਾਦ ਵਿਵਾਦ ਚੱਲਦੇ ਪਏ ਤੇ ਇਹਨਾਂ ਛੋਟੇ ਇਜਲਾਸਾਂ ਦੇ ਦਰਮਿਆਨ ਵੀ ਤੂੰ ਮੈਂ ਕਰਕੇ ਵਕਤ ਕੱਢ ਦਿੱਤਾ ਜਾਂਦਾ, ਲੋਕ ਮੁੱਦਿਆਂ ਨੂੰ ਨਹੀਂ ਵਿਚਾਰਿਆ ਜਾਂਦਾ। ਸ਼ਾਇਦ ਇਸੇ ਕਰਕੇ ਇਸ ਵੇਲੇ ਭਾਰਤ ਦਾ ਵੱਧ ਨਪੀੜਿਆ ਜਾਣ ਵਾਲਾ ਵਰਗ ਜਿਹੜਾ ਹੈ ਕਿਸਾਨ ਵਰਗ, ਉਹਨੂੰ ਇਸ ਗੱਲ ਦੀ ਜ਼ਰੂਰਤ ਮਹਿਸੂਸ ਹੋਈ ਕਿ ਸੰਸਦ ਦੇ ਪੈਰਲਲ ਆਪਣੀ ਇੱਕ ਵੱਖਰੀ ਸੰਸਦ ਜਿਹੜੀ ਉਹਨੂੰ ਲਗਾਉਣੀ ਪਈ ਹੈ ਦਿੱਲੀ ਦੇ ਵਿੱਚ, ਔਰ ਕਿਸਾਨ ਸੰਸਦ ਜਿਹੜੀ ਲੱਗੀ ਹੈ ਉਸ ਸੰਸਦ ਦੇ ਵਿੱਚ ਜਿਹੜਾ ਕਿਸਾਨਾਂ ਨੇ ਇਹ ਤੈਅ ਕੀਤਾ ਆ ਕਿ ਕਿਸਾਨਾਂ ਦੇ ਕਰਜ਼ੇ ਦੇ ਉੱਤੇ ਲੀਕ ਮਾਰ ਦਿੱਤੀ ਜਾਵੇ। ਹਾਂ, ਕਿਸਾਨ ਸੰਸਦ ਨੇ ਦੇਖੋ ਇਸ ਟਾਈਮ ਨਾ ਭਾਰਤ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੰਘਰਸ਼ ਆ ਔਰ ਜਿਹੜਾ ਸਾਡੀਆਂ ਸਰਕਾਰਾਂ ਨੂੰ ਘੋਖ ਲੈਣਾ ਚਾਹੀਦਾ, ਜਿਹਨੂੰ ਜਾਣ ਲੈਣਾ ਚਾਹੀਦਾ, ਜਿਹਨੇ ਇੱਕ ਕ੍ਰਾਂਤੀ ਲਿਆਉਣੀ ਆ ਜੀ, ਉਹ ਕਿਸਾਨੀ ਸੰਘਰਸ਼ ਹੈ। ਔਰ 184 ਕਿਸਾਨ ਜਥੇਬੰਦੀਆਂ, ਕਿਸਾਨ ਯੂਨੀਅਨਾਂ ਉੱਥੇ ਇਕੱਠੀਆਂ ਹੋਈਆਂ ਔਰ ਉਹਨਾਂ ਨੇ ਕਰਜ਼ੇ ਤੇ ਕਿਸਾਨੀ ਕਰਜ਼ੇ ਤੇ ਲੀਕ ਫੇਰ ਦਿੱਤੀ ਹੈ, ਇੱਕ ਬਿੱਲ ਪਾਰਿਤ ਕਰ ਦਿੱਤਾ ਹੈ ਜੀ ਕਿਸਾਨ ਸੰਸਦ ਵੱਲੋਂ ਜੀ। ਇਹਦੇ ਵਿੱਚ ਨੇ 2-3 ਨੁਕਤੇ ਨੇ ਕਿ ਨਾ ਤਾਂ ਕੇਂਦਰ ਸਰਕਾਰ ਜੀ ਔਰ ਨਾ ਰਾਜ ਸਰਕਾਰਾਂ ਕਿਸਾਨ ਦੀ ਹਾਲਤ ਨੂੰ ਡਿਸਕਸ ਹੀ ਕਰਨ ਲਈ ਰਾਜ਼ੀ ਨਹੀਂ ਜੀ। ਪੰਜਾਬ 'ਚ ਕੀ ਆ ਕਿ 1 ਮਹੀਨੇ ਦਾ ਦਿੱਤਾ ਸੀਗਾ ਅਲਟੀਮੇਟਮ ਜੀ ਸਹਿਕਾਰੀ ਬੈਂਕਾਂ ਨੂੰ, ਕੌਮੀ ਬੈਂਕਾਂ ਨੂੰ ਕਿ ਤੁਸੀਂ ਕਿਸਾਨ ਦਾ ਫਸਲ ਤੇ ਲਿਆ ਹੋਇਆ ਕਰਜ਼ਾ ਜਿਹੜਾ ਹੈ ਉਹਦਾ ਰਿਕਾਰਡ ਸਰਕਾਰ ਨੂੰ 1 ਮਹੀਨੇ ਦੇ ਅੰਦਰ ਅੰਦਰ ਦੇ ਦਿੱਤਾ ਜਾਵੇ ਜੀ। ਕਿੰਨੇ ਮਹੀਨੇ ਹੋ ਗਏ, ਹੁਣ ਫੇਰ ਨੋਟਿਸ ਕੱਢਿਆ ਗਿਆ ਹੈ ਦੁਬਾਰਾ, ਕੱਲ ਪਰਸੋਂ ਦੀ ਖਬਰ ਇਹ ਕਹਿ ਰਹੀ ਸੀਗੀ। ਔਰ ਉਹਦੇ ਵਿੱਚ ਕੀ ਆ, ਉਹਦੇ ਵਿੱਚ ਵੀ ਭੰਬਲ ਭੂਸਾ ਪਿਆ ਹੋਇਆ ਜੀ, ਉਹ ਕਲੈਰਿਟੀ ਹੀ ਨਹੀਂ ਹੈ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਕੁਝ ਨਹੀਂ ਹੋ ਰਿਹਾ, ਉਹ ਤੋਂ ਬਾਅਦ ਵੀ ਕੁਝ ਨਹੀਂ ਹੋ ਰਿਹਾ ਜੀ। ਯਾਨੀ ਉਹ ਰਿਕਾਰਡ ਹੀ ਦੇ ਕੇ ਕੋਈ ਰਾਜੀ ਨਹੀਂ ਹੈ ਜੀ। ਕਿੰਨੇ ਕੁ ਸੰਸੀਅਰ ਅਸੀਂ ਕਹਿ ਲਵਾਂਗੇ। ਕੱਲ ਆਪਾਂ ਖਬਰ ਵਿਚਾਰ ਰਹੇ ਸੀਗੇ ਕਿ ਪੁਰਾਣਾ ਆਲੂ 50 ਕਿਲੋ ਦੀ ਬੋਰੀ 327 ਰੁਪਏ ਕਾਸਟ ਆਫ ਪ੍ਰੋਡਕਸ਼ਨ ਲਾਗਤ ਮੁੱਲ ਤੇ 30 ਰੁਪਏ ਦੀ ਵੇਚ ਦਿਓ ਜਾਂ ਫਿਰ ਸੜਕਾਂ ਤੇ ਸੁੱਟਾਂਗੇ ਅਸੀਂ। ਔਰ ਇਹ ਸੰਘਰਸ਼ ਜਿਹੜਾ ਹੈ ਨਾ ਉਹ ਇਸ ਸੰਸਦ ਦਾ ਨਾ ਕਿਸਾਨ ਸੰਸਦ ਦਾ ਇੱਕ ਬਹੁਤ ਵੱਡਾ ਪੋਜ਼ਿਟਿਵ ਜਿਹੜਾ ਕਿਸਾਨਾਂ ਵਾਸਤੇ ਪੋਜ਼ਿਟਿਵ ਹੈ ਕਿ ਅਸੀਂ ਸੁਸਾਈਡ ਵੱਲ ਨੂੰ ਨਹੀਂ ਜਾਣਾ ਹੈ ਜੀ, ਅਸੀਂ ਸੰਘਰਸ਼ ਕਰਾਂਗੇ ਔਰ ਅਸੀਂ ਆਪਣਾ ਹੱਕ ਲੈ ਕੇ ਦੇਵਾਂਗੇ ਆਪਣੇ ਕਿਸਾਨ ਭਾਈਚਾਰੇ ਨੂੰ। ਇਹ ਇੱਕ ਸਕਾਰਾਤਮਕ ਪਹੁੰਚ ਜਿਹੜੀ ਹੈ ਜੀ, ਐਜੀਟੇਸ਼ਨ ਦੀ ਪਹੁੰਚ ਜਿਹੜੀ ਹੈ ਇੱਕ, ਮੈਂ ਤਾਂ ਇਹਦੇ ਵਿੱਚ ਇੱਕ ਮੈਨੂੰ ਲੱਗ ਰਿਹਾ ਹੈ ਕਿ ਅਸੀਂ ਕਈ ਵਾਰ ਨਿਰਾਸ਼ ਹੋ ਜਾਂਦੇ ਹਾਂ ਅਸੀਂ ਰਾਈਟਰ ਲੋਕ ਕਿ ਕਿਤੇ ਨਾ ਕਿਤੇ ਤੁਹਾਨੂੰ ਨਾ ਸੰਘਰਸ਼ ਦੀ ਸਥਿਤੀ ਬਣਦੀ, ਮਤਲਬ ਇੰਨੀ ਮਹਿੰਗਾਈ ਹੋ ਗਈ, 60 ਰੁਪਏ ਟਮਾਟਰ ਕਿਲੋ, 80 ਰੁਪਏ ਵਿਕ ਗਏ, ਪਿਆਜ਼ 40-50 ਰੁਪਏ ਕਿਲੋ ਵਿਕ ਗਏ। ਬੇਸਿਕ ਚੀਜ਼ਾਂ ਜਿਹੜੀਆਂ ਹੈ ਜਿਹਦੇ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੋਣਾ ਤੁਹਾਡਾ, ਉਹ ਇੰਨੀ ਮਹਿੰਗਾਈ ਹੋ ਗਈ, ਕਿਤੇ ਤੁਹਾਨੂੰ ਕੋਈ ਵਿਰੋਧ ਨਜ਼ਰ ਨਹੀਂ ਆ ਰਿਹਾ ਜੀ, ਕਿਤੇ ਵਿਰੋਧ ਨਜ਼ਰ ਨਹੀਂ ਆ ਰਿਹਾ। ਤਾਂ ਕਿਸਾਨ ਯੂਨੀਅਨਾਂ ਦਾ, ਛੋਟੀ ਕਿਸਾਨੀ ਦਾ, ਕਰਜ਼ੇ ਹੇਠ ਨਪੀੜੀ ਕਿਸਾਨੀ ਦਾ ਇਸ ਤਰੀਕੇ ਦੇ ਨਾਲ ਨੈਸ਼ਨਲ ਲੈਵਲ ਤੇ ਇਕੱਠੇ ਹੋਣਾ ਜਾਂ ਰੀਜਨਲ ਲੈਵਲ ਦੇ ਉੱਤੇ, ਤੁਸੀਂ ਪੰਜਾਬ ਦੇ ਜਦੋਂ ਕਿਸਾਨ ਇਕੱਠੇ ਹੋਏ ਸੀ ਨਾ ਅਕਾਲੀ ਬੀਜੇਪੀ ਵਾਰੀ, ਵਕਤ ਪੈ ਗਿਆ ਸੀਗਾ ਇਹਨਾਂ ਨੂੰ ਜੀ, ਟ੍ਰੇਨਾਂ ਜਾਮ ਕਰ ਦਿੱਤੀਆਂ ਸੀਗੀਆਂ ਉਸ ਵੇਲੇ ਮਾਲਵਾ ਪੱਟੀ ਦੀਆਂ, ਔਰ ਉਸ ਵੇਲੇ ਕਿਵੇਂ ਕੌਂਸਪੀਰੇਸੀਆਂ ਕਰਕੇ ਫਿਰ ਉਹਨਾਂ ਕਿਸਾਨਾਂ ਨੂੰ ਉੱਥੋਂ ਦੌੜਾਇਆ ਗਿਆ ਤੇ ਸਦਭਾਵਨਾ ਜਿਹੜੀ ਸੀ ਉਹ ਅਮਨ ਚੈਨ ਭੰਗ ਕਰਕੇ ਸਰਕਾਰ ਵੱਲੋਂ ਉਹ ਸਾਰੇ ਮਸਲੇ ਨੂੰ ਡੀਰੇਲ ਕੀਤਾ ਗਿਆ ਸੀਗਾ। ਪਰ ਇਹ ਡੀਰੇਲ ਲੰਬਾ ਸਮਾਂ ਨਹੀਂ ਤੁਸੀਂ ਕਰ ਸਕਦੇ ਹੈਗੇ, ਉਹ ਜਾਗਦੇ ਨੇ, ਉਹ ਜੁੜੇ ਹੋਏ ਨੇ, ਉਹ ਮਰਨਾ ਨਹੀਂ ਚਾਹੁੰਦੇ, ਸੁਸਾਈਡ ਨਹੀਂ ਚਾਹੁੰਦੇ ਹੈ, ਉਹ ਸੰਘਰਸ਼ ਕਰਨਾ ਚਾਹੁੰਦੇ। ਔਰ ਇਹ ਸੰਘਰਸ਼ ਇਹਨਾਂ ਵਾਸਤੇ ਮੈਨੂੰ ਲੱਗਦਾ ਹੈ ਇੱਕ ਬਹੁਤ ਵੱਡੀ ਚੁਣੌਤੀ ਹੈ ਜੀ, ਵੱਡੀ ਚੁਣੌਤੀ ਹੈ। ਔਰ ਜਿਹੜੇ ਕਿਸਾਨ ਨੇ ਇਸ ਵੇਲੇ ਸੰਘਰਸ਼ ਦੇ ਰਾਹ ਤੁਰੇ ਹੋਏ ਨੇ, ਔਰ ਚੰਗੀ ਗੱਲ ਹੈ ਕਿ ਇਸ ਕਿਸਾਨ ਸੰਸਦ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਝੜਨਾ ਨਹੀਂ, ਮਤਲਬ ਆਤਮ ਹੱਤਿਆ ਨਹੀਂ ਕਰਨੀ, ਝੜਨਾ ਨਹੀਂ, ਖੜਨਾ ਆ, ਅੜਨਾ ਆ,
ਤੇ ਲੜਨਾ ਹੈ ਤੇ ਇਹ ਸਾਰਾ ਕੁਝ ਕਰਦਿਆਂ ਹੋਇਆ ਹੀ ਹਾਸਲ ਕੀਤਾ ਜਾਏਗਾ ਆਪਣਾ ਟੀਚਾ, ਆਪਣਾ ਮਨੋਰਥ, ਕਿਉਂਕਿ ਜ਼ਰੂਰਤ ਇਸ ਸਮੇਂ ਇਸ ਗੱਲ ਦੀ ਹੈ ਕਿ ਕਿਸਾਨ ਦੀ ਬਾਹ ਫੜੀ ਜਾਵੇ ਸਰਕਾਰਾਂ ਦੇ ਵੱਲੋਂ, ਕਿਉਂਕਿ ਇਹਨਾਂ ਕਿਸਾਨਾਂ ਨੇ ਸਰਕਾਰਾਂ ਦੀ ਬਾਹ ਉਸ ਸਮੇਂ ਫੜੀ ਸੀਗੀ ਜਦੋਂ ਹਰੀ ਕ੍ਰਾਂਤੀ ਦੇ ਨਾਮ ਦੇ ਉੱਤੇ ਕਿਸਾਨਾਂ ਦੇ ਕੋਲ ਦਿਨ ਰਾਤ ਕੰਮ ਲਿਆ ਗਿਆ ਔਰ ਸਰਕਾਰ ਦੇ ਅੰਨ ਦੇ ਭੰਡਾਰ ਭਰਨ ਦੇ ਲਈ ਇਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪਈ ਸੀਗੀ। ਜੇ ਉਸ ਸਮੇਂ ਕਿਸਾਨ ਸਰਕਾਰ ਦੇ ਨਾਲ ਖੜੇ ਸੀਗੇ ਮੁਲਕ ਦਾ ਢਿੱਡ ਭਰਨ ਲਈ, ਤੇ ਹੁਣ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਵੀ ਕਿਸਾਨਾਂ ਦੇ ਨਾਲ ਖੜੇ, ਕਿਸਾਨਾਂ ਦੇ ਸਿਰ ਤੇ ਚੜੇ ਹੋਏ ਕਰਜ਼ੇ ਦੀ ਪੰਡ ਨੂੰ ਹਲਕਿਆਂ ਕਰਨ ਲਈ। ਪਰ ਇਹ ਸੰਸਦ ਦੇ ਪੈਰਲਲ ਜਿਹੜੀ ਸੰਸਦ ਲੱਗੀ ਹੈ, ਇਹ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਦੇਖਣਾ ਲਾਜ਼ਮੀ ਹੋਏਗਾ। ਤੇ ਜੇ ਇਹਦੇ ਉੱਤੇ ਕੋਈ ਸਰਕਾਰ ਗੌਰ ਨਹੀਂ ਕਰਦੀ, ਧਿਆਨ ਨਹੀਂ ਦਿੰਦੀ, ਤੇ ਫਿਰ ਇਹ ਕਿਸਾਨ ਕਿਹੜੇ ਸੰਘਰਸ਼ ਦੀ ਰਾਹ ਤੁਰਦੇ ਨੇ ਔਰ ਸੰਘਰਸ਼ ਦੀ ਰੂਪਰੇਖਾ ਕਿਹੋ ਜਿਹੀ ਹੋਏਗੀ, ਇਹ ਦੇਖਣ ਵਾਲੀ ਚੀਜ਼ ਹੋਏਗੀ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋਇਆ ਹੈ। ਮਿਲਦੇ ਇਸ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਚੱਕਦੇ ਟੀਵੀ।